ਤੁਸੀਂ ਇੰਜੀਨੀਅਰਿੰਗ ਤੇ ਬੋਡੀ ਬਿਲਡਰ ਕਿਵੇਂ ਬਣ ਗਏ? ਮੈਮ ਇਹ ਤਾਨੇ ਖਾ ਖਾ ਕੇ ਤੇ ਲੋਕਾਂ ਦੀਆਂ ਗੱਲਾਂ ਸੁਣ ਕੇ ਕਿ ਬਾਈ ਤੁਸੀਂ ਕੁਝ ਮੋਟੇ ਹੋ ਨਹੀਂ ਗਏ ਹੋ? ਇੱਕ ਟਾਈਮ ਪਰ था 100+ ਸੀ ਤੇ ਲੋਕੀ ਕਹਿੰਦੇ ਸੀ ਮੋਟੇ ਹੋ ਗਏ, ਤੁਸੀਂ ਇੰਜ ਹੋ ਗਏ, ਤੁਸੀਂ ਇੰਜ ਹੋ ਗਏ। ਤੇ ਇਹ ਦੱਸਣੇ ਸੀ ਕਿ ਕੋਈ ਬੰਦਾ ਕੁਝ ਵੀ ਅਗਰ ਚਾहे तो कर सकता है, ये कोई चीज़ इम्पॉसिबल नहीं। लो कोई जिम बंदा करके आया है तो कोई जिम करता ही नहीं, मतलब मेरे 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 भाने बंदा वेख लो तुसी, मेरे तरीके का बंदा वेख लो, मैं जिम नहीं करती तो जे मैनू कुछ हेल्दी खाना है तो ਤੁਹਾਡੇ ਵਾਸਤੇ मतलब ਤੁਸੀਂ ਮੈਨੂੰ ਕੀ ਰਿਕਮੈਂਡ ਕਰੋਗੇ? मैं ਤੁਹਾਨੂੰ ਰეკਮੈਂਡ ਕਰਾਂਗਾ ਮੈਮ ਫਰੂਟ ਸੈਲਡ ਤੁਸੀਂ ਖਾ ਸਕਦੇ ਹੋ, ਤੁਸੀਂ ਬੋਇਲਡ ਐਗਸ ਖਾ ਸਕਦੇ ਹੋ। ਤੁਸੀਂ ਬੰਦੇ ਦੀ ਸ਼ਕਲ ਵੇਖ ਕੇ ਪਤਾ ਕਰ ਲੈਂਦੇ ਹੋ ਜਾਂ ਉਹਦਾ ਅਪਡੇਟ ਵੇਖ ਕੇ ਪਤਾ ਕਰ? ਨਹੀਂ, ਬੰਦੇ ਦਾ ਅਪਡੇਟ ਵੇਖ ਕੇ ਕਿ ਬੰਦੇ ਦਾ ਮਤਲਬ ਕਿਸ ਹਿਸਾਬ ਦਾ ਬੰਦਾ ਉਹਦਾ ਵਰਚੁਅਲ ਹੈ ਜਾਂ ਬੰਦੇ ਦੀ ਪਹਿਲੇ ਉਹਨੂੰ ਪੁੱਛ ਦੋ ਚਾਰ ਕੁਐਸਚਨ ਐਸੇ ਪੁੱਛਣੇ ਕਿ ਤੁਹਾਡੀ ਡੇ ਟੂ ਡੇ ਲਾਈਫ 'ਚ ਕੀ ਕਿਸੇ ਵੀ ਮਿੱਠੀ ਚੀਜ਼ ਸੁਣ ਜਿਹੜੀ ਸ਼ੂਗਰ ਐਡ ਕੀਤਾ ਰਾ ਉਸ ਕੋਲ ਹਟਾ ਕੇ ਮੈਂ ਦੁੱਧ ਪਰ ਵਾਪਸ ਲਿਆਂਦਾ ਲੋਕਾਂ ਨੂੰ। ਦੁੱਧ ਹੋਏਗਾ ਗਰਮ, ਉਹਦੇ ਵਿੱਚ ਤੁਹਾਨੂੰ ਹਰ ਕਿਸਮ ਦਾ ਡਰਾਈ ਫਰੂਟ ਮਿਲੇਗਾ, ਜਿਵੇਂ ਬਦਾਮ ਮਿਲੇਗਾ, ਕਾਜੂ ਮਿਲੇਗਾ, ਖਸਖਾਸ ਮਿਲੇਗੀ, ਚਾਰ ਮਗਜ਼ ਮਿਲਣਗੇ ਔਰ ਉਹਦੇ ਵਿੱਚ ਤੁਹਾਨੂੰ ਮਿਲੇਗਾ ਆਪਣਾ ਨਾਰੀਅਲ ਕਰੀ ਤੇ ਨਾਲ ਸ਼ੁਆਰੇ ਵੀ। ਪਹਿਲਾਂ ਤੇ ਪੜ੍ਹੇ ਲਿਖੇ ਚਾਹ ਵਾਲੇ, ਉਸ ਤੋਂ ਬਾਅਦ ਬੀਟੈਕ ਚਾਹ ਵਾਲੇ, ਹੁਣ ਬਈ ਬੋਡੀ ਬਿਲਡਰਾਂ ਨੇ ਵੀ ਜਿਹੜੀ ਹੈ ਉਹ ਜਿਮਖਾਨਾ ਖੋਲ੍ਹ ਲਿਆ। ਮੈਂ ਗੱਲ ਕਰ ਰਹੀ ਹਾਂ ਇਸ ਵੇਲੇ ਇੱਕ ਐਸੇ ਮੁੰਡੇ ਦੀ ਜਿਹੜਾ ਪੜ੍ਹਾਈ ਤੋਂ ਤੇ ਉਹਨੇ ਬੀਟੈਕ ਕੀਤੀ ਰਹੀ ਹੈ, ਇੰਜੀਨੀਅਰ ਹੀ ਹੈਗਾ ਪਰ ਬੋਡੀ ਬਿਲਡਰ ਵੀ ਹੈਗਾ। ਤੇ ਬੋਡੀ ਬਿਲਡਰ ਹੋਏ ਤੇ ਜਿਮਖਾਨਾ ਨਾ ਖੋਲੇ ਕਿਵੇਂ? ਤੇ ਨਾ ਵੀ ਹੈ ਜੀ ਜਿਮਖਾਨਾ, ਇਹ ਜਿਮਖਾਨਾ ਖੋਲ੍ਹ ਰਿਹਾ ਬਠਿੰਡੇ ਵਿੱਚ। ਇਸ ਵੇਲੇ ਮੈਂ ਉੱਧਰ ਹੀ ਖਲੋਤੀ ਰਹੀ ਹਾਂ, ਤੁਸੀਂ ਪਹਿਲੇ ਅੰਦਰ ਦੀ ਪੂਰਾ ਜਿਹੜਾ ਅੰਦਰ ਦੀ ਇਹਨਾਂ ਨੇ ਲੁੱਕ ਬਣਾਈ ਰਹੀ ਆ ਤੁਸੀਂ ਵੇਖ ਸਕਦੇ ਹੋ। ਵਰਕ ਹਾਰਡ, ਸਟੇ ਹੰਬਲ, ਡੰਬਲ ਸ਼ੰਬਲ ਦੀ ਫੋਟੋਆਂ ਇੱਥੇ ਲਾਈ ਰਹੀਆਂ ਨੇ ਸਾਰੀਆਂ। ਮਸ਼ੀਨ ਜਿਹੜੀਆਂ ਨੇ ਮਸ਼ੀਨਾਂ ਦੇ ਸਟਿੱਕਰਸ ਲਾਏ ਰਹੇ ਨੇ। ਤੇ ਸਾਹਮਣੇ ਮੁੰਡਾ ਤੁਸੀਂ ਵੇਖ ਸਕਦੇ ਹੋ, ਆ ਟੋਪੀ ਵਾਲਾ ਜਿਹੜਾ ਮੁੰਡਾ ਤੁਸੀਂ ਵੇਖ ਰਹੇ ਹੋ, ਆ ਉਹੀ ਬੋਡੀ ਬਿਲਡਰ ਮੁੰਡਾ ਹੈ ਜਿਹਨੇ ਜਿਮਖਾਨਾ ਜਿਹੜਾ ਹੈ ਉਹ ਬਠਿੰਡੀ 'ਚ ਖੋਲ੍ਹੇ ਰਿਹਾ ਹੈ। ਹਲੇ ਮਸਾਂ ਹੀ 1-2 ਦਿਨ ਦਾ ਟਾਈਮ ਹੈ ਉਹ ਹੋਏ ਰਿਹਾ। ਪਰ ਅੱਜ ਕੱਲ੍ਹ ਦਾ ਯੂਥ ਜਿਹੜਾ ਹੈ ਉਹ ਕਾਫੀ ਇਨੋਵੇਟਿਵ ਹੋ ਗਿਆ ਹੈ। ਯੂਥ ਨੂੰ ਕਿਤੇ ਨਾ ਕਿਤੇ ਗੱਲ ਸਮਝ ਆ ਹੀ ਗਈ ਹੈ ਕਿ ਬਈ ਪੜ੍ਹਾਈ ਲਿਖਾਈ ਕਰਕੇ ਕੁਝ ਨਹੀਂ ਮਿਲਣਾ, ਐਨੇ ਯਤਨ ਕਰਕੇ ਐਗਜ਼ਾਮਸ ਦੇ ਕੇ ਕੁਝ ਨਹੀਂ ਮਿਲਣਾ, ਹੋਣੇ ਤਾਂ ਸਕੈਮ ਹੀ ਹੈ। ਤੇ ਇੱਕ ਕੰਮ ਕਰੋ, ਕੋਈ ਚਾਹ ਦੀ ਦੁਕਾਨ ਖੋਲ੍ਹ ਲਓ, ਕੋਈ ਜਿਮਖਾਨਾ ਖੋਲ੍ਹ ਲਓ ਤੇ ਕੋਈ ਜਿਹੜਾ ਆਪਣਾ ਹੀ ਜਿਹੜਾ ਹੈ ਕੋਈ ਸਟਾਰਟਅਪ ਜਿਹੜਾ ਉਹ ਕਰ ਲਓ। ਤੇ ਇੱਕ ਸਟਾਰਟਅਪ ਹੋਰ ਸਾਡੇ ਜੰਮੂ ਦੇ ਆਪਣੇ ਜੰਮੂ ਦੇ ਮੁੰਡੇ ਨੇ ਕੀਤਾ ਹੈ। ਇਸ ਵੇਲੇ ਥੋੜਾ ਬਿਜ਼ੀ ਹੈ ਮੁੰਡਾ, ਉਹਦੀ ਜਿਹੜੀ ਭੈਣ ਹੈ ਉਹ ਇਸ ਵੇਲੇ, ਉਹਦੀ ਜਿਹੜੀ ਸਿਸਟਰ ਹੈ ਉਹ ਵੀ ਇੱਥੇ ਮੌਜੂਦ ਹੈ। ਪਹਿਲਾਂ ਤਾਂ ਇਹਦੇ ਨਾਲ ਹੀ ਗੱਲ ਕਰਾਂਗੇ, ਇਹਦੇ ਕੋਲੋਂ ਹੀ ਜਾਣਾਂਗੇ। ਹਾਂਜੀ, ਹੈਲੋ, ਨਾਂ ਦੱਸੋ ਪਹਿਲਾਂ ਤੁਸੀਂ ਆਪਣਾ। ਮੇਰਾ ਨਾਮ ਮੁਨਾਜ਼ਾ ਹੈ। ਅੱਛਾ ਮੁਨਾਜ਼ਾ, ਮੈਨੂੰ ਦੱਸੋ ਆ ਜਿਹੜਾ ਜਿਮ ਖਾਨਾ ਹੈ, ਜਿਮ ਤਾਂ ਚਲੋ ਸਮਝ ਆਉਂਦੀ ਹੈ, ਜਿਮ ਖਾਨਾ मतलब नवा ही कुछ ना सुनिया तो इसके पीछे की कहानी की है? सो बेसिकली अगर हम बात करें सो दिस इज़ नॉट अ बिज़नेस, ठीक है, ये इसका एक पैशन है। और उससे भी ज़्यादा ये हम ये नहीं कह सकते कि लाइक मजबूरी या उस तरह का, बट सॉर्ट ऑफ कहीं ना कहीं हमारे सिस्टम में कुछ ऐसी इश्यूज़ हैं जो कि ये एक कोलिजियम बन जाता है, कोलिजियम रीज़न बन जाता है कि इसको ऐसा एक स्टार्टअप करने की ज़रूरत पड़ी। ठीक है, वी ऑल नो कि आजकल के यूथ को लाइक इट्स इम्पॉर्टेंट कि फाइनेंशियल इंडिपेंडेंस जो है वो बेसिक रीज़न रहता है जब भी एक इंसान कुछ भी स्टार्ट करता है। सो एज़ फार एज स्टडीज़ आर कंसर्नड, इसने अच्छे तरीके से IEEE क्लियर किया, जैसे हर बच्चा करके निकलता है। IEEE क्लियर किया? यस, देन ही वेंट टू IUST, वहाँ इसने इंजीनियरिंग करी है। देन उसके बाद ड्रीम्स कुछ और थे, ठीक है, देन एनी हाउ चलता रहा, इसने प्राइवेट जॉब्स की, नॉट सफाइस्ड, घर आके बोलना ये है वो है। देन ही स्टार्टेड हिज पैशन, एक नॉर्मल सा जैसे एक रूटीन होती है वैसे इसने स्टार्ट करा कि मुझे जिमिंग करनी है। तो अच्छा, ये ਉਹੀ ਮੈਂ ਸਵਾਲ ਤੁਹਾਡੇ ਤੋਂ ਪੁੱਛਣ ਵਾਲੀ ਸੀ, ਇੱਕ ਇੰਜੀਨੀਅਰ ਨੂੰ ਇੱਕ ਜਿਮ ਦਾ ਸ਼ੌਕ, ਬੋਡੀ ਬਿਲਡਿੰਗ ਦਾ ਸ਼ੌਕ ਕਿਵੇਂ ਪੈ ਗਿਆ? इट वॉज लाइक अ नॉर्मल हॉबी कि ठीक है यार मैं फिट रहूँ, मैं फिटनेस फ्रीक सॉर्ट ऑफ था, थोड़ा सा बल्कि हो गया तो सबने छेड़ना स्टार्ट कर दिया, यार तेरे नाप के तो कपड़े नहीं मिल रहे हैं। मोटा हो गया? हाँ, बहुत ज़्यादा, 80-100 kgs था उस टाइम पे, 12th के हिसाब से। अच्छा, ये वीर जी 80 किलो दे? हाँ बिल्कुल। सो ही वॉज उस तरह से था, तो आहिस्ता आहिस्ता इसने वो इनिशिएटिव्स लिए। देन पता ही नहीं चला वो जो एक 2015 के बाद का स्लॉट है, उसके बाद कब इसकी ये हॉबी इसके पैशन में कन्वर्ट हो गई। इट टेक्स अ जर्नी, ठीक है, और कब ये इसके नर्व्स पे आ गई, लाइक ड्यू टू लैक ऑफ जॉब, वी कैन कॉल इट एज अनएम्प्लॉयमेंट था, प्राइवेट जॉब्स करे, ठीक है। ਕਿੰਨੇ ਸਾਲ ਇਹਨਾਂ ਨੇ, ਮਾਫ ਚਾਹਨੀ ਆ ਤੁਹਾਨੂੰ ਮੈਂ ਟੋਕਿਆ ਵਿੱਚ, ਕਿੰਨੇ ਸਾਲ ਇਹਨਾਂ ਨੇ ਨੌਕਰੀ ਕੀਤੀ ਹੈ? इन्होंने कुछ 1.5-2 साल तक जॉब किया है, ठीक है। उसके बाद हाँ, देन इसने प्रिपरेशंस में पढ़ा, तो आपको पता है कितना एक फ्लक्चुएटिंग रहता है, 2 years, 3 years, 4 years, 5 years, इवन 5 years के बाद लोगों के एग्ज़ाम्स क्लियर हो रहे हैं, क्योंकि पहले तो एग्ज़ाम होता नहीं है। देन जब एग्ज़ाम होता है तो यू नो उसके बाद स्कैम्स हैं, सब चीज़ें हैं, लेट्स नॉट गो इनटू दैट, हम अपने टॉपिक से डेविएट हो जाएंगे। तो उसके बाद इसने अब ये सोचा था माइंड में कि मुझे इस तरह का कुछ स्टार्ट करना है। नाउ थिंग्स वेंट ऑन एंड अब इसने ये स्टार्टअप जो है फाइनली कर लिया है। ਅੱਛਾ, ਜਿਸ ਵੇਲੇ ਇਹਨਾਂ ਨੇ ਆਪਣਾ ਇਹ ਦੱਸਿਆ ਕਿ ਮੈਂ ਇਸ ਤਰ੍ਹਾਂ ਦਾ ਕੁਝ ਖੋਲਣ ਵਾਲਾ,
ਆਬਵੀਅਸਲੀ ਗੱਲ ਹੈ, ਘਰ ਵਿੱਚ ਮਾੜੀ ਜੀ ਖਲਬਲੀ ਤੇ ਹੁੰਦੀ ਹੈ ਕਿ ਤੁਸੀਂ ਇੰਜੀਨੀਅਰਿੰਗ ਕਰ ਰਹੇ ਹੋ, ਫਿਰ ਤੁਸੀਂ ਬੋਡੀ ਬਿਲਡਿੰਗ 'ਚ ਵੜ ਗਏ, ਉਸ ਦੇ ਬਾਅਦ ਹੁਣ ਤੁਸੀਂ ਇਸ ਤਰੀਕੇ ਦਾ ਕੋਈ ਆउटलेट खोलने ਦੀ मतलब सोचे करते हो, तो घर वालों का रिएक्शन की थी? अगर हम घर वालों की बात करें तो घर वाले मुझे लगता है यूथ से ज़्यादा फ्रस्ट्रेटेड हैं, क्योंकि आप पहले एक घर बनाते हो, देन अपने बच्चों को पढ़ाते हो, ठीक है, फिर अगर वो बच्चा अच्छा निकलता है, आपकी एक्सपेक्टेशंस होती है वो लाइफ में कहीं पहुंचेगा, ठीक है, एट द एंड ऑफ द डे जब अपनी स्टडीज़ सब कुछ मुकम्मल करता है, जैसे मैंने आपको बताया कि ये क्लियर किया, वो क्लियर किया, सब कुछ हो जाता है, तो एक उम्मीद होती है हर माँ बाप को, हर एक माँ बाप को, नॉट और फैमिली, कि हमारा बच्चा कहीं पहुंचेगा, कहीं अच्छी जगह पहुंचेगा एंड सरकारी नौकरी करेगा, कुछ करेगा। तो जब वो चीज़ नहीं होती है तो उस बच्चे से ज़्यादा मुझे लगता है आज हमारे JNK के जो पेरेंट्स हैं वो ज़्यादा फ्रस्ट्रेटेड हैं। हम बड़े ठाट से कह देते हैं मेरा फादर ये, मेरी मदर ये, हम कह देते हैं, बट वो जो बैक ट्रॉमा है और जो बैक डिप्रेशन है वो हमारी फैमिलीज़ में सुबह से शाम तक जो है सबसे ज़्यादा हमारे पेरेंट्स के दिमाग में चलता है। तो जब इसने ऐसा कहा तो इनिशियली तो पहले जैसे नॉर्मल एक एक्सप्रेशन रहता है घर वालों का कि यार क्या, गुस्सा नहीं, लाइक क्या इससे क्या मिलेगा, इससे क्या ही हो सकता है, बट वही कहते हैं ना नेसेसिटी इज़ द मदर ऑफ इन्वेंशन। तो इसको था ਇਹ ਕਿਹਾ ਹੋਣਾ ਹੈ ਇੰਨੀ ਪੜ੍ਹਾਈ ਲਿਖਾਈ ਕਰਕੇ ਹੁਣ ਤੁਸੀਂ ਇਸ ਤਰ੍ਹਾਂ ਦਾ ਕੋਈ आउटलेट खोलने ਲਈ। हाँ, मतलब इसको थोड़ा सा सोसाइटी में नेगेटिव वे में भी लिया जा सकता है, कुछ लोग ऑर्थोडॉक्स होते हैं, वी कांट हेल्प देम थिंकिंग। तो उसके बाद जो है इसने कहा कि नहीं मुझे ये चीज़ करनी है, तो उन्होंने बहुत इसको सपोर्ट किया कि आप एक काम करो, बेटर है, पहले तो ये ट्रेनर भी काम कर चुका है जिम्स में, तो इसने कहा कि नहीं मुझे ये चीज़ करनी है, आई विल सी मार्केट सर्वे करके या कुछ करके मैं देखता हूँ कैसा होता रहता है। तो सो फॉर रिस्पॉन्सेज आर गुड इन फ्रंट ऑफ यू, थोड़ा सा अच्छा है, बट आई वॉन्ट कि ये इसको जिस लेवल तक लेके जाना चाहता है ये वहाँ पहुँचे। बैक स्टोरी तो बहुत ਵਧੀਆ ਲੱਗੀ ਮੈਨੂੰ। ਥੋੜੀ ਦੇਰ 'ਚ ਇਹਦੇ ਨਾਲ ਵੀ ਗੱਲ ਕਰਾਂਗੇ। ਫਿਲਹਾਲ ਵਾਲੇ ਕਸਟਮਰ ਤੁਸੀਂ ਵੇਖ ਸਕਦੇ ਹੋ, ਕਸਟਮਰ ਇੱਥੇ ਨੇ ਜਿਮ ਤੋਂ, ਜਿੰਨੇ ਵੀ ਲੋਕੀ ਆ ਰਹੇ ਨੇ ਸਾਰੇ ਇੱਥੇ ਬੈਠੇ ਰਹੇ ਨੇ ਤੇ ਜਿਮ ਦਾ ਜਿੰਨਾ ਵੀ ਮੀਲ ਹੈ ਇੰਜੋਏ ਕਰਦੇ ਨੇ ਤੇ ਡਿਸਟਰਬ ਇਹਨਾਂ ਨੂੰ ਹਲੇ ਨਾ ਹੀ ਕਰਾਂਗੇ। ਤੁਹਾਡੇ ਕੋਲੋਂ ਹੀ ਮੈਂ ਪੁੱਛਾਂਗੀ ਕਿ ਜਿਮ ਖਾਣਾ ਹੈ ਤੇ ਮਤਲਬ ਜਿਮ ਦਾ ਹੀ ਸਾਰੇ ਮੀਲਸ ਹੋਣੇ ਨੇ, ਤਾਂ ਥੋੜੇ ਮੀਲ ਮਤਲਬ ਰੋਟੀ ਛੋਟੀ ਦੇ ਬਾਰੇ ਵੀ ਦੱਸ ਦਿਓ ਨਾ। मुझे लगता है वो ज़्यादा अच्छे से ये आपको बता पाएगा। मील्स का ये है कि जैसे लो कार्ब डाइट्स के ऊपर डिपेंडेंट है, वो इतना तो आजकल सब पढ़े लिखे हैं, सबको पता है कि कार्ब्स क्या है, कितने प्रोटीन्स लेने हैं, कितना क्या लेना है। तो इसने एक एक्सपीरियंस के बेस के ऊपर एक वो डाइट्स जो हैं अकॉर्डिंग टू कैलोरी कंटेंट एंड न्यूट्रिशन कंटेंट वो बना के रखा हुआ है, एंड देन वही मील्स ये सर्व कर रहा है और इसको एज इन द फॉर्म ऑफ बिजनेस इसने इस तरह से प्रोजेक्ट किया कि लाइक जो इकोनॉमी को भी ध्यान में रखते हुए बिल्कुल रेट लिस्ट जो है वो स्टूडेंट फ्रेंडली है, पॉकेट फ्रेंडली है। ऐसा नहीं है कि इनिशियली दिस इज़ द सॉर्ट ऑफ इनिशिएटिव कि जिसमें लोगों को पहले पता चले कि इसका पूरा बेस क्या है, व्हाट वी वांट टू डू, मतलब उसका, क्योंकि हमें जैसे भूख लगती है, फॉर एग्जांपल आई एम इन ऑफिस, मुझे भूख लग रही है, आई विल हिट सम कैफ़े, सम अदर प्लेस, या पर्टिकुलर राइस बिरयानी। सो अगर किसी टाइम हम वो नहीं भी ले रहे हैं तो उसका डायरेक्ट इम्पैक्ट हमारी बॉडीज़ पे हो रहा है। इफ़ यू आर नॉट डूइंग जिम यू कैन कम हेयर या यू कैन गो टू एनी प्लेस विच इज़ सर्विंग यू हेल्दी फूड इन अ बजट। आई थिंक दैट इज़ द बेस्ट थिंग जो आप अपनी बॉडी के साथ कर सकते हैं। यानी ਤੁਹਾਨੂੰ ਜੇ ਹੈਲਦੀ ਫੂਡ ਖਾਣਾ ਹੈ, ਨਿਊਟ੍ਰੀਸ਼ੀਅਸ ਫੂਡ ਖਾਣਾ ਹੈ ਜੰਮੂ 'ਚ, ਤੇ ਨਾਲ ਨਾਲ ਆਪਣੀ ਕੈਲਰੀਜ਼ ਵੀ ਗਿਣਵਾਉਣੀਆਂ ਨੇ ਬਈ ਕਿੰਨੀ ਕੈਲਰੀਜ਼ ਦਾ ਮੈਂ ਮਤਲਬ ਮੀਲ ਜਿਹੜਾ ਕੰਜ਼ਿਊਮ ਕਰ ਛੜਿਆ। ਇੱਥੇ ਇਹਨਾਂ ਨੇ ਮਸ਼ੀਨ ਵੀ ਰੱਖੀ ਰਹੀ ਹੈ, ਉਹ ਥੋੜੀ ਦੇਰ 'ਚ ਵੀਰ ਜੀ ਜਿਸ ਵੇਲੇ ਉਹਦੇ ਨਾਲ ਗੱਲ ਕਰਾਂਗੇ ਤੇ ਉਹ ਵੀ ਦੱਸਾਂਗੇ। ਚਲੋ ਹੁਣ ਫਿਰ ਵੀਰ ਜੀ ਦੇ ਕੋਲ ਹੀ ਚੱਲਦੇ ਹਾਂ। ਮੁਬਾਰਕਾਂ ਪਹਿਲਾਂ ਤੇ ਤੁਹਾਨੂੰ ਜਿਮ ਖਾਣੇ ਦੀ। थैंक यू। ਸਟੋਰੀ ਤਾਂ ਤੁਹਾਡੀ ਸਾਰੀ ਸੁਣ ਲਈ, ਪਹਿਲਾਂ ਤਾਂ ਇਹ ਦੱਸੋ ਕੰਮ ਕਿਵੇਂ ਚੱਲ ਰਿਹਾ? ਕੰਮ ਠੀਕ ਚੱਲ ਰਿਹਾ ਹੈ, अच्छा रिस्पॉन्स है ਅੱਛਾ जी। ਅੱਛਾ, ਤੁਹਾਡੀ ਸਿਸਟਰ ਨੇ ਤਾਂ ਕਿਹਾ ਕਿ ਘਰ ਵਾਲਿਆਂ ਦਾ ਰਿਸਪੌਂਸ ਮਾੜਾ ਜਿਹਾ ਪੁੱਠਾ ਸਿੱਧਾ ਹੀ ਸੀ। ਤੁਸੀਂ ਦੱਸੋ ਜਿਸ ਵੇਲੇ ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ ਸੀ ਜਿਸ ਵੇਲੇ ਤੁਸੀਂ ਜਿਮ ਖਾਣੇ ਦੇ ਬਾਰੇ ਸੋਚ ਰਹੇ ਸੀ ਕਿ ਇਸ ਤਰ੍ਹਾਂ ਦਾ ਕੁਝ ਤੁਸੀਂ ਖਾਣਾ ਹੈ? ਮੈਮ ਸਭ ਤੋਂ ਪਹਿਲੇ ਤਾਂ ਹਰ ਬੰਦੇ ਦੀ ਇੱਕ ਆਪਣੀ ਉਮੀਦ ਹੁੰਦੀ ਕਿ ਉਹਨੇ ਆਪਣੀ ਜੌਬ ਵਗੈਰਾ ਕਰੀਅਰ ਵਗੈਰਾ ਬੀਟੈਕ ਦੇ ਬਾਅਦ, ਬਟ ਸਟਿਲ ਜਿਲੇ ਮੈਮ ਜੌਬ ਵਗੈਰਾ ਨਹੀਂ ਮਿਲਦੀ ਤੇ ਤੁਸੀਂ ਕੋਈ ਨਾ ਕੋਈ ਸਾਈਡ ਤੇ ਚੁਣਨੀ ਹੁੰਦੀ ਹੈ, ਠੀਕ ਹੈ। ਇਧਰ ਇਟਸ ਨਾਓ ਔਰ ਨੈਵਰ ਵਾਲੀ ਸਿਚੁਏਸ਼ਨ ਹੋ ਗਈ, ਕਿਉਂਕਿ ਮੇਲਸ ਦੇ ਉੱਪਰ ਇੱਕ ਐਕਸਪੈਕਟ ਹੁੰਦਾ ਕਿ ਜਿਸ ਵੇਲੇ ਤੁਸੀਂ ਆਪਣਾ ਆਪਣਾ ਪੜ੍ਹਾਈ ਖਤਮ ਕਰੋਗੇ ਤੁਸੀਂ ਜੌਬ ਕਰਨੀ ਹੈ, ਫਿਰ ਤੁਸੀਂ ਫੈਮਿਲੀ ਚਲਾਉਣੀ, ਇਸ ਹਿਸਾਬ ਦਾ। ਤੇ ਫਿਰ ਮੈਂ ਇਹੀ ਇਨੀਸ਼ੀਏਟਿਵ ਲਿਆ ਕਿਉਂਕਿ ਜੌਬ ਤਾਂ ਅਵੇਲੇਬਲ ਹੈ ਨਹੀਂ, ਇਸ ਲਈ ਹਰ ਬੰਦਾ ਇਹੀ, ਹਰ ਥਰਡ ਪਰਸਨ ਇਹੀ ਆਦਾ ਕਿ ਭਾਈ ਜੌਬ ਨਹੀਂ ਹੈ। ਅਤੇ ਮੈਂ ਵੀ ਇਹੀ ਸੋਚਿਆ ਕਿ ਮੈਮ ਹੁਣ ਅੱਜ ਨਹੀਂ ਤਾਂ ਕਦੋਂ ਕਰਾਂਗੇ। ਕਿੰਨੀ ਉਮਰ ਹੋ ਗਈ ਤੁਹਾਡੀ? ਮੈਂ 27। ਅੱਛਾ, ਇਸ ਉਮਰ 'ਚ ਤੇ ਬੱਚੇ ਸੋਚਦੇ ਨੇ ਕਿ ਹੁਣ ਅਸੀਂ ਸੈਟਲ ਹੋਣਾ ਹੈ। ਜੀ ਹਾਂ ਹਾਂਜੀ ਜੀ। ਮੈਮ ਇਹੀ ਸੋਚਿਆ ਕਿ ਮੈਮ ਪੜ੍ਹਾਈ ਵੀ ਕਰਾਂਗੇ, ਕਿੰਨੀ ਦੇਰ ਤੱਕ ਕਰਾਂਗੇ, ਇੱਕ ਮਤਲਬ ਇੱਕ ਸਟੇਜ ਹੁੰਦੀ ਨਾ, ਇੱਕ ਐਗਜ਼ੈਕਟਲੀ ਹੁਣ ਅੱਗੇ ਫਿਰ ਫੈਮਿਲੀ ਦੀ ਆਪਣੀ ਐਕਸਪੈਕਟੇਸ਼ਨਸ ਹੁੰਦੀ ਕਿ ਹਾਂ ਬਈ ਸ਼ਾਦੀ ਕਰਾਂਗੇ, ਰਿਸਪੌਂਸਿਬਿਲਿਟੀ ਲੈਣਗੇ, ਸੋ ਚੀਜ਼ਾਂ। ਅਤੇ ਫਿਰ ਮੈਂ ਸੋਚਿਆ ਕਿ ਅੱਜ ਹੀ ਵਾਈ ਨਾਟ ਨਾਓ। ਅੱਛਾ, ਸ਼ੁਰੂ ਕਰ ਲਈਏ। ਅੱਛਾ, ਤੁਸੀਂ ਇੰਜੀਨੀਅਰਿੰਗ ਤੇ ਬੋਡੀ ਬਿਲਡਰ ਕਿਵੇਂ ਬਣ ਗਏ? ਮੈਮ ਇਹ ਤਾਨੇ ਖਾ ਕੇ ਅਤੇ ਲੋਕਾਂ ਦੀਆਂ ਗੱਲਾਂ ਸੁਣ ਕੇ ਕਿ ਬਾਈ ਤੁਸੀਂ ਕੁਛ ਮੋਟੇ ਹੋ ਨਹੀਂ। ਇੱਕ ਟਾਈਮ ਪਰ 100+ ਸੀ ਅਤੇ ਲੋਕ ਕਹਿੰਦੇ ਸੀ ਮੋਟੇ ਹੋ ਗਏ, ਤੁਸੀਂ ਇੰਜ ਹੋ ਗਏ, ਤੁਸੀਂ ਇੰਜ ਹੋ ਗਏ। ਅਤੇ
ਇਹ ਦੱਸਣ ਵਾਸਤੇ ਕਿ ਕੋਈ ਬੰਦਾ ਕੁਝ ਵੀ ਅਗਰ ਚਾਹੇ ਤਾਂ ਉਹ ਕਰ ਸਕਦਾ ਹੈ। ਇਹ ਕੋਈ ਚੀਜ਼ ਇੰਪੋਸੀਬਲ ਨਹੀਂ ਹੈ। ਅੱਛਾ ਜੀ। ਤੁਸੀਂ ਬਾਡੀ ਬਿਲਡਿੰਗ ਦੀ ਕੰਪੀਟੀਸ਼ਨ ਵੀ ਫਿਰ ਗਏ ਹੋਣੇ ਹਾਂਜੀ, competition ਫਿਰ ਕਿਹੜੇ ਕੰਪੀਟੀਸ਼ਨ ਲੜੇ ਅੱਜ ਤੱਕ मैम आज तक के 2-3 कंपटीशन ज़्यादा कंपटीशन नहीं रहे बट ज़्यादा फोकस ये है कि अपनी हेल्थ के ऊपर कि मेरी हेल्थ बिल्कुल ठीक रहे जो मेन मेरा एस्पेक्ट से। ਅੱਛਾ ਹੁਣ ਜਿਮ ਖਾਣੇ ਦੇ ਬਾਰੇ ਗੱਲ ਕਰਨੀ ਆ ਹੁਣ ਪਹਿਲਾਂ ਤੇ ਇਹ ਦੱਸੋ ਸਾਨੂੰ ਕੀ ਖਾਣ ਨੂੰ ਇੱਥੇ ਮਿਲੇਗਾ मैम इतने सब को पहले तो बनाना शेक मिल जाएगा ਸਭ ਤੋਂ पोस्ट वर्कआउट या प्री वर्कआउट तुम ले सकते हो उसके बाद ਤੁਹਾਨੂੰ चिकन दी मील्स मिल जाएंगी बॉयल चिकन है सारी वेजिज ने उसके बाद ਤੁਹਾਨੂੰ उसਦੇ ਵਿੱਚ अपना ऑलिव ऑयल मिल जाएगा फिर उसके बाद ਤੁਹਾਨੂੰ पनीर सैंडविच मिल जाएंगे जो प्योर पनीर ਦੇ ਹੋਣਗੇ ਅੱਛਾ ਉਹਦੇ ਬਾਅਦ ਤੁਹਾਨੂੰ ਫਰੂਟ ਸੈਲਡ ਮਿਲ ਜਾਏਗਾ चिकन सूप मिल जाएगा बॉइल्ड एग्स मिल जाएंगे जो प्रॉपर एक मील ਹੁੰਦੀ ਹੈ ਬੰਦੇ ਦੀ ਸਵੇਰ ਤੋਂ ਸ਼ਾਮ ਤੱਕ ਦੀ ਕੈਲਰੀ ਕਾਊਂਟ ਕਰਕੇ ਉਹ ਤੁਸੀਂ ਇੱਥੇ ਮਿਲ ਜਾਏਗੀ। ਮਤਲਬ ਤੁਸੀਂ ਪੂਰਾ ਡਾਈਟ ਚਾਰਟ ਤਿਆਰ ਕੀਤੇ ਰਹਿ ਕਿ ਪ੍ਰੀ ਵਰਕਆਊਟ ਮਤਲਬ ਪ੍ਰੀ ਵਰਕਆਊਟ ਡਾਈਟ ਕੀ ਹੋਣੀ ਚਾਹੀਦੀ ਹੈ ਤੇ ਪੋਸਟ ਵਰਕਆਊਟ ਡਾਈਟ ਕੀ ਹੋਣੀ जी ਚਾਹੀਦੀ ਹੈ मैम जिस समय आपको कंपटीशन के दौरान जिसमें मैं आपे लेंदा सी ते जो ही चीज़ां मैं आपको फॉलो की रही जिस वजह मैं इधर तक आपे पुज्जा ਉਹੀ ਚੀਜ਼ ਮੈਂ ਅੱਗੇ ਲੋਕਾਂ ਨੂੰ ਇਹ ਰეკਮੈਂਡ ਕਰਨਾ ਕਿ ਤੁਸੀਂ ਉਹ ਵੀ ਚੀਜ਼ ਖਾਓ ਔਰ ਉਹਦੇ ਬੰਦੇ ਦੇ ਹਿਸਾਬ ਨਾਲ ਉਹ ਜਿਹੜੀ ਹੈ ਮੀਲ ਉਹਦੇ ਹਿਸਾਬ ਨਾਲ ਬਣਦੀ ਹੈ ਔਰ ਉਹਦਾ ਜਿਹੜਾ ਪਲਾਨ ਵੀ ਹੋਏਗਾ ਉਹਦੇ ਕੈਲਰੀ ਦੇ ਹਿਸਾਬ ਨਾਲ ਬਣੇਗਾ weight ਦੇ ਹਿਸਾਬ ਨਾਲ ਬਣੇਗਾ। ਅੱਛਾ ਮਤਲਬ ਮੰਨ ਲਓ ਕੋਈ ਜਿਮ ਬੰਦਾ ਕਰਕੇ ਆਇਆ ਹੈ ਤੇ ਕੋਈ ਜਿਮ ਕਰਦਾ ਹੀ ਨਹੀਂ ਮਤਲਬ ਮੇਰੇ ਪਾਣਾ ਬੰਦਾ ਵੇਖ ਲਓ ਤੁਸੀਂ ਮੇਰੇ ਤਰੀਕੇ ਦਾ ਬੰਦਾ ਵੇਖ ਲਓ ਮੈਂ ਜਿਮ ਨਹੀਂ ਕਰਦੀ ਤੇ ਜੇ ਮੈਨੂੰ ਕੁਝ ਹੈਲਦੀ ਖਾਣਾ ਹੈ ਤੇ ਤੁਹਾਡੇ ਵਾਸਤੇ ਮਤਲਬ ਤੁਸੀਂ ਮੈਨੂੰ ਕੀ ਰਿਕਮੈਂਡ ਕਰੋਗੇ? ਮੈਂ ਤੁਹਾਨੂੰ ਰეკਮੈਂਡ ਕਰਾਂਗਾ ਮੈਮ ਫਰੂਟ ਸੈਲਡ ਤੁਸੀਂ ਖਾ ਸਕਦੇ ਹੋ ਤੁਸੀਂ ਬॉइल्ड ਐਗਸ ਖਾ ਸਕਦੇ ਹੋ। ਤੁਸੀਂ ਬੰਦੇ ਦੀ ਸ਼ਕਲ ਵੇਖ ਕੇ ਪਤਾ ਕਰ ਲੈਂਦੇ ਹੋ ਜਾਂ ਉਹਦਾ ਡੇਟ ਵੇਖ ਕੇ ਪਤਾ ਕਰ ਨਹੀਂ ਬੰਦੇ ਦਾ ਅਪਡੇਟ ਵੇਖ ਕੇ ਕਿ ਬੰਦੇ ਦਾ ਮਤਲਬ ਕਿਸ ਹਿਸਾਬ ਦਾ ਬੰਦਾ ਉਹਦਾ ਵਰਚੁਅਲ ਹੈ ਜਾਂ ਬੰਦੇ ਦੀ ਪਹਿਲੇ ਉਹਨੂੰ ਪੁੱਛ ਦੋ ਚਾਰ ਕੁਐਸਚਨ ਐਸੇ ਪੁੱਛਣੇ ਕਿ ਤੁਹਾਡੀ ਡੇ ਟੂ ਡੇ ਲਾਈਫ 'ਚ ਕੀ ਅੱਛਾ ਚਲੋ ਮੈਂ ਕਸਟਮਰ ਆ ਮੈਨੂੰ ਪੁੱਛ ਲਓ ਮਤਲਬ ਕਿਵੇਂ ਤੁਸੀਂ ਅੱਛਾ ਜੀ ਤੁਸੀਂ ਸਾਨੂੰ ਸੁਣਾਓ ਕਿ ਤੁਸੀਂ ਕੀ ਸਵੇਰੇ ਤੋਂ ਸ਼ਾਮ ਤੱਕ ਤੁਹਾਡਾ ਕੀ ਈਟਿੰਗ ਸਟੇਟਸ ਕੀ ਹੈ ਤੁਸੀਂ ਕਿਸ ਹਿਸਾਬ ਦੀ ਰੋਟੀ ਖਾਂਦੇ ਹੋ? ਜੇ ਤੇ ਟਾਈਮ ਮਿਲ ਜੇ ਤੇ ਸਾਰਾ ਕੁਝ ਖਾ ਲੈਂਦੇ ਆ ਜੇ ਟਾਈਮ ਨਹੀਂ ਮਿਲੇ ਫਿਰ ਇੱਕ ਟਾਈਮ ਦੀ ਰੋਟੀ ਬੜੀ ਹੈ। ਨਹੀਂ ਮੈਮ ਉਹ ਵੀ ਠੀਕ ਹੈ ਤੁਹਾਡੀ ਗੱਲ ਕੰਮ ਤਾਂ ਠੀਕ ਹੈ ਕੰਮ ਜ਼ਰੂਰੀ ਹੈ ਬਟ ਆਪਣੀ ਹੈਲਥ ਜਿਹੜੀ ਹੈ ਸਭ ਤੋਂ ਪਹਿਲੇ ਜ਼ਰੂਰੀ ਹੈ ਅੱਜ ਦੀ ਡੇਟ 'ਚ ਜੀ। ਠੀਕ ਮੈਂ ਫਿਲਹਾਲ ਤੇ ਜ਼ਿਆਦਾ ਨਿਊਟ੍ਰੀਸ਼ੀਅਸ ਡਾਈਟ ਲਈ ਨਹੀਂ ਕਰਦੀ ਤੇ ਤੁਸੀਂ ਕੀ ਤੁਹਾਨੂੰ ਮੈਂ ਰეკਮੈਂਡ ਕਰਾਂਗਾ ਕਿ ਤੁਸੀਂ ਜਿਹੜੇ ਦੁੱਧ ਦੇ ਪ੍ਰੋਡਕਟ ਨਹੀਂ ਖਾਸ ਜਿਹੜੀ ਪਿਓਰ ਚੀਜ਼ ਹੈ ਉਹ ਦੁੱਧ ਹੈ ਦੁੱਧ ਘਿਓ ਨੂੰ ਅਵੋਇਡ ਨਾ ਕਰੋ ਲੋਕੀ ਉਲਟਾ ਕਹਿੰਦੇ ਨੇ ਘਿਓ ਖਾਓ ਪਿਓਰ ਖਾਓ ਦੁੱਧ ਪੀਓ ਪਿਓਰ ਪੀਓ ਔਰ ਐਟਲੀਸਟ ਜਿੰਨ 30 ਮਿੰਟ ਜਿਹੜਾ ਉਹ ਵਾਕ ਕਰੋ ਚਲੋ ਮਤਲਬ ਅੱਧਾ ਘੰਟਾ ਚੱਲਣਾ ਹਾਂਜੀ ਚੱਲੋ ਤੇ ਕੋਈ ਨਹੀਂ ਚੱਲੇ ਫਿਰ ਕੋਈ ਨਹੀਂ ਚੱਲੇ ਮੈਮ ਫਿਰ ਤੁਹਾਨੂੰ ਪਤਾ ਜੋੜਾਂ ਦੀ ਦਰਦਾਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਉਸ ਤੋਂ ਬਾਅਦ ਪੇਟ ਦਰਦ ਵੀ ਹੁੰਦੀ ਬੜੀ ਸਾਰੀ ਬਿਮਾਰੀਆਂ ਬੜੀ ਸਾਰੀ ਲੱਗਦੀਆਂ ਪ੍ਰੋਬਲਮ ਨੇ। ਕੋਲੇਸਟ੍ਰੋਲ ਹੈ ਡਾਇਬੀਟੀਜ਼ ਹੈ ਸ਼ੂਗਰ ਹੈ ਥਾਇਰਾਇਡ ਹੈ ਜੋ ਹਰ ਇੱਕ ਕੁੜੀ ਨੂੰ ਹੁੰਦਾ ਹੈ। ਅੱਛਾ ਹੁਣ ਮੈਨੂੰ ਸੁਣਾਓ ਕਿ ਜਿੰਨਾ ਵੀ ਮੀਲ ਹੈ ਤੁਸੀਂ ਆਪ ਪ੍ਰਿਪੇਅਰ ਕਰਦੇ ਹੋ? ਹਾਂਜੀ ਮੈਂ ਪੇਪਰ ਪ੍ਰੇਪਰ ਕਰਨਾ ਅੱਛਾ ਜਿਵੇਂ ਹੁਣ ਰੀਸੈਂਟਲੀ ਤੁਸੀਂ ਕੁਝ ਬਣਾ ਰਹੇ ਸੀ ਕੀ ਬਣਾ ਰਹੇ ਸੀ? ਮਿਲਕ ਸ਼ੇਕ ਬਣਾ ਰਹੇ ਸੀ। ਅੱਛਾ ਮੈਂ ਕੈਮਰੇ ਵਾਲੀ ਭੈਣ ਜੀ ਨੂੰ ਕਹਾਂ ਮਾੜੇ ਜਿਹਾ ਇੱਥੇ ਜ਼ੂਮ ਮਾਰੋ ਇਹ ਵੇਖੋ ਇਹ ਮਿਲਕ ਸ਼ੇਕ ਹੈ ਜੀ ਹਾਂਜੀ ਮਿਲਕ ਸ਼ੇਕ ਇਹ ਮਿਲਕ ਸ਼ੇਕ ਜਿਹਨਾਂ ਇਹਨਾਂ ਨੇ ਆਪ ਬਣਾਇਆ ਮੈਨੂੰ ਦੱਸੋ ਤੁਸੀਂ ਆਪ ਕੁਕਿੰਗ ਦੇ ਵੀ ਸ਼ੌਕੀਨ ਹੋ? ਹਾਂਜੀ ਹਾਂਜੀ Cooking ਵੀ ਕਾਲਜ ਵੀ ਕਰ ਰਿਹਾ 4 ਸਾਲ ਤੇ ਆਪਣੀ ਕੁਕਿੰਗ ਆਪਣਾ ਸਾਰਾ ਕੁਝ ਮੈਂ ਆਪੇ ਕਰਦਾ ਅੱਛਾ ਜੀ। ਮਤਲਬ ਇੱਥੇ ਕਿਸੇ ਬੰਦੇ ਨੂੰ ਰੱਖਣ ਦੀ ਲੋੜ ਹੀ ਨਹੀਂ ਤੁਸੀਂ ਆਪ ਹੀ ਸਾਰਾ ਕਰ ਲਓ। ਜੀ ਹਾਂ ਜੀ ਬਿਲਕੁਲ। ਤੁਹਾਨੂੰ ਮੈਂ ਇਹ ਕਿਚਨ ਜਿਹੜੀ ਹੈ ਇਸ ਮੁੰਡੇ ਦੀ ਉਹ ਵੀ ਦੱਸ ਦਿਆਂ ਇਹ ਤੁਸੀਂ ਵੇਖ ਸਕਦੇ ਹੋ ਥੱਲੇ ਅੰਡੇ ਪਏ ਰਹੇ ਨੇ ਉਸ ਤੋਂ ਬਾਅਦ ਓਵਨ ਇੱਥੇ ਹੈ ਉਸ ਤੋਂ ਬਾਅਦ ਸਾਰੇ ਮਸਾਲੇ ਮਸੂਲੇ ਇੱਥੇ ਨੇ ਹਾਂਜੀ ਹਾਂਜੀ ਦੱਸਦੇ ਵੀ ਜਾਓ ਜੀ ਮੈਮ ਇਹ ਆ ਗਿਆ ਤੁਹਾਡਾ ਖਸਕਾਸ ਆ ਗਈ ਅੱਛਾ। ਠੀਕ ਹੈ ਇਹ ਤੁਹਾਡਾ ਐਡੀਬਲ olive oil ਆ ਗਿਆ ਇਹ ਪਿੰਕ ਸਾਲਟ ਆ ਗਿਆ ਇਹ ਘਰ ਦੇ ਦੇਸੀ ਘਿਓ ਮੇਰੀ ਮੰਮੀ ਨੇ ਕੱਢਿਆ ਇਹ ਹਲਦੀ ਅੱਛਾ ਆ ਇਹ ਗਈ। ਆਪ ਕੱਢ ਗਏ ਹਾਂਜੀ ਅੱਛਾ। ਤੇ ਇਹ ਆ ਗਿਆ ਕੁਕਿੰਗ ਆਇਲ ਅੱਛਾ olive oil ਠੀਕ ਹੈ ਜੀ ਅੱਛਾ। ਕੇਲੇ ਨੇ ਔਰ ਬਾਕੀ ਚੀਜ਼ਾਂ ਜਿਹੜੀਆਂ ਫਰੂਟਸ ਵੀ ਹੈਗੇ ਨੇ ਇੱਥੇ ਜਿਹੜੇ ਸ਼ੇਕ ਸ਼ੁਕ ਬਣਦੇ ਸਾਰਾ ਕੁਝ ਫਰੈਸ਼ ਬਣਦਾ ਹੈ? ਹਾਂਜੀ ਸਭ ਕੁਝ ਫਰੈਸ਼ ਬਣਦਾ ਡੇਲੀ। ਅੱਛਾ ਇਹ ਮੈਨੂੰ ਦੱਸਣਾ ਇਹ ਸਾਹਮਣੇ ਜਿਹੜਾ ਤੁਸੀਂ ਲਾਇਆ ਰਿਹਾ ਇਹ ਕੀ ਹੈ? ਮੈਮ ਇਹਦੇ ਵਿੱਚ ਤੁਹਾਨੂੰ ਮਿਲ ਜਾਏਗਾ ਬਦਾਮ ਨੇ ਜਿਹੜੇ ਅਸੀਂ ਸਪੈਸ਼ਲੀ ਜਿਹੜਾ ਮੇਰਾ ਆਪਣਾ ਡਰਾਈ ਫਰੂਟ ਮਿਲਕ ਹੈ ਉਹ ਇੱਕ ਡਿਫਰੈਂਟ ਚੀਜ਼ ਹੈ ਜਿਵੇਂ ਕਾਫੀ ਤੋਂ ਜਾਂ ਕਿਸੇ ਵੀ ਮਿੱਠੀ ਚੀਜ਼ ਨੂੰ ਜਿਹੜੀ ਸ਼ੂਗਰ ਐਡ ਕੀਤਾ ਰਾ ਉਸ ਕੋਲ ਹਟਾ ਕੇ ਮੈਂ ਦੁੱਧ ਪਰ ਵਾਪਸ ਲਿਆਂਦਾ ਰਿਹਾ ਲੋਕਾਂ ਨੂੰ ਦੁੱਧ ਹੋਏਗਾ ਗਰਮ ਉਹਦੇ ਵਿੱਚ ਤੁਹਾਨੂੰ ਹਰ ਕਿਸਮ ਦਾ ਡਰਾਈ ਫਰੂਟ ਮਿਲੇਗਾ ਜਿਵੇਂ ਬਦਾਮ ਮਿਲੇਗਾ ਕਾਜੂ ਮਿਲੇਗਾ ਖਸਕਾਸ ਮਿਲੇਗੀ ਚਾਰ ਮਗਜ਼ ਮਿਲਣਗੇ ਔਰ ਉਹਦੇ ਵਿੱਚ ਤੁਹਾਨੂੰ ਮਿਲੇਗਾ ਆਪਣਾ ਨਾਰੀਅਲ ਕਰੀ ਤੇ ਨਾ ਸ਼ੁਆਰੇ ਵੀ ਉਹਦੇ ਵਿੱਚ ਪਾਣਾ ਮਿੱਠੇ ਸੇ ਗੁੜ ਬਹੁਤ ਵਧੀਆ ਮਿਹਨਤ ਹੈ ਮੁੰਡੇ ਨੇ ਕੀਤੀ ਹੈ ਮੈਨੂੰ ਸੁਣਾਓ 2-3 ਦਿਨ ਦਾ ਟਾਈਮ ਹੋ ਗਿਆ ਰਿਸਪੌਂਸ ਕਿਵੇਂ ਹੈ? ਮੇਰਾ ਰਿਸਪੌਂਸ ਠੀਕ ਹੈ ਮੁੰਡੇ ਹੈ ਵਿਲਿੰਗ ਹੈ ਅੱਜ ਵੀ ਮੁੰਡੇ ਆਏ ਰਹੇ ਸੀ ਪੁੱਛੇ ਕਰਦੇ ਆਦੇ ਜਾਂਦੇ ਲੋਕੀ ਪੁੱਛਦੇ ਨੇ ਬਟ ਇਹੀ ਹੈ ਕਿ ਆਹਿਸਤਾ ਥੋੜਾ ਹਰ ਚੀਜ਼ ਨੂੰ ਬਿਲਡਅਪ ਹੋਣ 'ਚ ਟਾਈਮ ਲੱਗਦਾ ਤਾਂ ਲੈਟਸ ਹੋਪ ਫॉर द ਬੈਸਟ। ਜਿਸ ਵੇਲੇ ਖੋਲਣ ਲੱਗੇ ਸੀ ਉਸ ਵੇਲੇ ਝਾਕਾ ਲੱਗਿਆ ਜਾਂ ਹੁੰਦਾ ਬੰਦੇ ਦੇ ਅੰਦਰ ਥੋੜਾ ਜਿਹਾ ਹੁੰਦਾ ਕਿ ਯਾਰ ਸਟਾਰਟ ਕਰ ਰਹੇ ਆ ਆਨੈਸਟਲੀ ਬੋਲਾਂ ਮੈਮ ਸਟੂਡੈਂਟ ਲਾਈਫ ਜਿਲੇ ਮੈਂ ਸਟਰਗਲ ਕੀਤਾ ਤਾਂ ਮੈਨੂੰ ਇਸ ਚੀਜ਼ 'ਚ ਖੋਲ੍ਹਣ ਦੀ ਕੋਈ ਸ਼ਰਮ ਨਹੀਂ ਕੋਈ ਝਾਕਾ ਨਹੀਂ ਆਇਆ ਕਿਉਂ ਕਿਉਂਕਿ ਮੈਮ ਹਰ ਬੰਦੇ ਨੂੰ ਇੱਕ ਅੱਛੀ ਹਰ ਬੰਦਾ ਪਹਿਲੀ ਪ੍ਰੈਫਰੈਂਸ ਹੁੰਦੀ ਕਿ ਅੱਛੀ ਚੀਜ਼ ਮਿਲੇ ਖਾਣ ਨੂੰ ਮਾਰਕੀਟ ਜਿਹੜੀ ਹੈ ਨਹੀਂ ਹਰ ਚੀਜ਼ ਬੰਦਾ ਮਿਓਨੀਜ਼ ਵੇਚੇ ਕਰਦਾ ਕੋਈ ਤੇਲ ਵੇਚੇ ਕਰਦਾ ਕੋਈ ਫਰਾਈਡ ਵੇਚੇ ਕਰਦਾ ਤੁਸੀਂ ਤੇ ਆਪ ਟ੍ਰੇਨਰ ਤੁਹਾਨੂੰ ਆਪੇ ਪਤਾ ਹੈ ਜੀ ਅੱਛਾ ਤੁਸੀਂ ਘਰ ਦਾ ਪਾਣੀ ਪੀਤੇ ਹੋ ਤੁਹਾਨੂੰ ਆਪ ਪਤਾ ਹੈ ਕਿ ਲੋਕੀ ਕੀ ਸਭ ਕਿਉਂਕਿ ਤੁਸੀਂ ਵੀ ਡਾਈਟ ਲੈਂਦੇ ਹੋਣੇ ਹੋ ਉਹ ਗਲਤੀਆਂ ਹੁਣ ਤੁਸੀਂ ਤੇ ਨਹੀਂ ਦੁਹਰਾਉਂਦੇ ਹੋਣੇ ਉਹੀ ਚੀਜ਼ ਮੈਂ ਕੋਈ ਮੈਨੂੰ ਕੋਲ ਪੁੱਛਦਾ ਅਗਰ ਕਿ ਬਾਈ ਕਿਸ ਹਿਸਾਬ ਦੀ ਡਾਈਟ ਲਿਖੀ ਜਾਏ ਉਹ ਕੈਲਰੀ ਡੈਫੀਸਿਟ ਜਾਂ ਕੈਲਰੀਜ਼ ਦੇ ਹਿਸਾਬ ਨਾਲ ਡਾਈਟ ਲਿਖੀ ਜਾਂਦੀ ਹੈ। ਅੱਛਾ ਇਹ ਜਿਹੜਾ ਤੁਸੀਂ ਆਊਟਲੈਟ ਖੋਲ੍ਹਿਆ ਪੜ੍ਹਾਈਆਂ ਤਾਂ ਨਹੀਂ ਤੁਸੀਂ ਐਨ ਨਹੀਂ ਕਰ ਲਈਆਂ ਕਦੇ ਮਨ 'ਚ ਨਹੀਂ ਆਉਂਦਾ ਕਿ ਯਾਰ ਇੰਨੀ ਪੜ੍ਹਾਈਆਂ ਲਿਖਾਈਆਂ ਕਰਨ ਦੇ ਬਾਅਦ ਅੱਜ ਮੈਂ ਫਾਈਨਲੀ ਮਤਲਬ ਮੈਂ ਇੱਕ ਆਊਟਲੈਟ ਖੋਲ੍ਹਿਆ ਜਿਮ ਖਾਨਾ
ਤੇ ਇੰਨੀ ਪੜ੍ਹਾਈ ਕਰਨੇ ਦਾ ਮੈਨੂੰ ਨਹੀਂ ਲੱਗਦਾ ਜੰਮੂ ਕਸ਼ਮੀਰ 'ਚ ਕੋਈ ਫਾਇਦਾ ਹੈ। ਮਤਲਬ ਕਦੇ ਇੱਕ ਗੱਲ ਦਿਮਾਗ 'ਚ ਆਉਂਦੀ ਹੈ मैम ऑब्वियसली ये तो पहली प्रेफरेंस यही होंगी बंदे की बंदा पढ़ लिख के एक अच्छी चीज़ जो गवर्नमेंट जॉब करे। जो पिछले मैं 2016-17 का पास आउट है तो मैं कंटिन्यू ये चीज़ देखे करना कि साढ़े कोई जॉब वैकेंसी देखी नहीं कि तो 11-12 पढ़ते होंगे से अस सुनते ही कि भाई हर साल टीचर्स की सरकारी पोस्टां निकले करदियाँ, हर डिपार्टमेंट की पोस्टां निकले करदियाँ। जिस तरह असी आए असी बेसिकली इंजीनियरिंग करेंगे क्योंकि यही करेंगे ये सोच के कि हाँ भाई पोस्टां ने जॉब मिलती हैं अच्छी सैलरी सब कुछ, जिले करके निकले तो कोई पोस्ट ही नहीं है। ਹੁਣ ਤੁਸੀਂ ਆਪੇ ਦੱਸੋ 2.5 ਲੱਖ ਬੱਚੇ ਨੂੰ ਤੁਸੀਂ 500 ਪੋਸਟਾਂ ਦੇ ਦਿਓਗੇ, ਉਹ ਨੈਗਲੀਜੀਬਲ ਹੋਣਗੀਆਂ ਕਿ ਉਹ ਇਹ ਜੈਨੂਇਨ ਗੱਲ ਸਹੀ ਗੱਲ ਹੈ। ਹੁਣ ਤੁਸੀਂ 1 ਲੱਖ ਚੋਂ 2 ਬੱਚੇ ਅਗਰ ਬਾਹਰ ਕੱਢ ਦਿਓ ਉਹ ਆਲਮੋਸਟ ਨੈਗਲੀਜੀਬਲ ਹੀ ਹੋਏ। ਬਾਕੀ ਜਿਹੜੀ 500 ਨਿਕਲਦੀਆਂ ਉਹਦੇ ਚੋਂ 250 ਚੱਲ ਜਾਂਦੀਆਂ ਕੋਟੇ ਵਾਲੇ ਨੂੰ, ਬਾਕੀ ਜਿਹੜੀ ਰਿਜ਼ਰਵੇਸ਼ਨ ਵਾਲੇ ਨੂੰ, ਜਿਹੜੇ ਓਪਨ ਮੈਰਿਟ ਵਾਲੇ ਉਹ ਖੱਜਲ, ਉਹ ਸ਼ੁਰੂ ਦੇ ਵੀ ਖੱਜਲ ਅੱਜ ਵੀ ਖੱਜਲ। ਮਤਲਬ ਇਹ ਨੌਕਰੀਆਂ ਨਾ ਹੋਣੇ ਦੀ ਵਜ੍ਹਾ ਨਾਲ ਯੂਥ ਦੇ ਕੋਲ ਇੱਕ ਆਪਸ਼ਨ ਇਹੋ ਹੀ ਹੈ ਕਿ ਆਪਣਾ ਕੋਈ ਸਟਾਰਟਅਪ ਕਰ ਲਓ। ਦੋ ਹੀ ਆਪਸ਼ਨ, ਜਿਹਦੇ ਕੋਲ ਪੈਸਾ ਉਹ ਬਾਹਰ ਚਲਾ ਜਾਂਦਾ, ਉਹ ਇਧਰ ਰੁਕਦਾ ਨਹੀਂ। ਦੂਸਰਾ ਜਿਹਦੇ ਕੋਲ ਨਹੀਂ ਹੁੰਦਾ ਉਹ ਸਟਰਗਲ ਕਰਦਾ, ਮੇਰਾ ਲਿਖਾ ਤੁਸੀਂ ਦੇਖੇ ਜਾਂਦੇ। ਜਾਂ ਤੀਸਰਾ ਐਸਾ ਜਿਹੜਾ ਫਿਰ ਬਾਅਦ 'ਚ ਸਾਡੀ ਐਡਮਿਨਿਸਟ੍ਰੇਸ਼ਨ ਬੋਲਦੀ ਕਿ ਮੁੰਡੇ ਨਸ਼ੇ ਤੇ ਲੱਗੇ, ਮੁੰਡੇ ਗਲਤ ਕੰਮ ਕਰੇਗੇ ਤੇ ਮੁੰਡੇ ਕੀ ਕਰਨ, ਕਿਹੜੇ ਪਾਸੇ ਜਾਣ। 30 ਲੱਖ 20 ਲੱਖ ਇੰਨੀ ਪੜ੍ਹਾਈ ਕਰਕੇ ਬਾਅਦ 'ਚ ਆ ਕੇ 8,000 ਲੋਨ ਲੈ ਕੇ ਤੁਸੀਂ ਆਓਗੇ ਤੇ 8,000 ਰੁਪਏ ਨੌਕਰੀ ਦੋਗੇ, ਤੁਸੀਂ ਮੁੰਡਾ ਕੀ ਕਰੇਗਾ ਉਹਦੇ 'ਚ? 8,000 ਨੂੰ ਕਿਹਨੂੰ ਪਾਲੇਗਾ? ਆਪਣੇ ਆਪ ਨੂੰ ਪਾਲੇਗਾ। ਅੱਜ ਇੱਕ ਸਿੰਗਲ ਬੰਦੇ ਨੇ ਅਗਰ ਇੱਕ ਗਲੀ ਵਾਲੇ ਬੱਚੇ ਨੂੰ ਤੁਸੀਂ ਪੁੱਛੋਗੇ ਨਾ, ਉਸਦਾ ਵੀ ਖਰਚਾ 10,000 ਰੁਪਏ ਹੋਏਗਾ। 8,000 ਰੁਪਏ ਕੀ ਕਰੇਗਾ ਉਹ? ਹੁਣ ਤੁਸੀਂ ਇੰਜੀਨੀਅਰਿੰਗ ਕਰਕੇ ਆਓਗੇ, ਕੋਈ ਤੁਹਾਨੂੰ ਬੋਲੇਗਾ ਭਾਈ ਵਾਚ ਬॉय ਦੀ ਨੌਕਰੀ ਕਰੋ, ਤਾਂ ਨਹੀਂ ਕਰਦਾ, ਕੋਈ ਨਹੀਂ ਕਰਦਾ। ਹਰ ਬੰਦੇ ਇੱਕ ਸੈਲਫ ਐਸਟੀਮ ਹੁੰਦੀ ਨਾ, ਡਿਗਰੀ ਹੈ ਨਾ ਬੰਦੇ ਨੇ ਕੀਤੀ। ਹੁਣ 4 ਸਾਲ ਤੁਸੀਂ ਇੱਕ ਗਵਰਨਮੈਂਟ ਐਫੀਲੀਏਟ ਕੀਤਾ, ਹमें 4 ਸਾਲ ਤੁਸੀਂ ਇਸ ਚੀਜ਼ 'ਚ ਦੇਣੇ, ਤੁਸੀਂ ਆਪਣੀ ਸਪੈਸ਼ਲਿਟੀ ਕਰਕੇ ਆਏ, ਬਾਅਦ ਤੁਸੀਂ ਤੁਹਾਨੂੰ 10,000 ਰੁਪਏ ਜਾਂ 12,000 ਰੁਪਏ ਕੋਈ ਜੌਬ ਦੇਗਾ, ਮੈਮ ਨਹੀਂ ਹੁੰਦਾ ਗੁਜ਼ਾਰਾ। ਕੀ ਲੱਗਦਾ ਤੁਹਾਨੂੰ ਕਿ ਕੀ ਯੂਥ ਦਾ ਫਿਊਚਰ ਕੀ ਹੈ ਜੰਮੂ ਕਸ਼ਮੀਰ ਜਿਸ ਹਿਸਾਬ ਦੇ ਹਾਲਾਤ? ਅਗਰ ਇਹੀ ਚੀਜ਼ ਚੱਲਦੀ ਰਹੀ ਤੇ ਆਉਣੇ ਵਾਲੇ 3-4 ਸਾਲ ਦੇ ਅੰਦਰ ਤੁਹਾਨੂੰ ਹਰ ਬੰਦਾ ਜਿਹੜਾ ਡਿਪਰੈਸ ਮਿਲੇਗਾ, ਕੋਈ ਸੁਸਾਈਡ ਕਰਦਾ ਮਿਲੇਗਾ ਤੇ ਕੋਈ ਨਸ਼ਿਆਂ 'ਚ ਲੱਗੇਗਾ। ਤੇ ਅਗਰ ਤੁਸੀਂ ਇਹ ਸਭ ਕੋਲੋਂ ਵੱਡੀ ਜਿਹੜੀ ਚੀਜ਼ ਸਭ ਕੋਲੋਂ ਜ਼ਿਆਦਾ ਵੱਡੀ ਜਿਹੜੀ ਕਮੀ ਆਏ ਕਰਦੀ ਉਹ ਆਈ ਮੈਮ ਜੌਬਸ ਦੀ ਵਜ੍ਹਾ ਨਾਲ। ਅਗਰ ਜੌਬਸ ਹੋਣਗੇ ਔਰ ਤੁਸੀਂ ਤੁਹਾਨੂੰ ਮੈਂ ਇੱਕ ਕਰੰਟ ਜਿਹੜੀ ਤੁਹਾਨੂੰ ਨਵਾਂ ਟ੍ਰੈਂਡ ਦੱਸਦੇ ਆ, ਮੈਕਸਿਮਮ ਡਾਈਵੋਰਸ ਅੱਜ ਇਸ ਵਜ੍ਹਾ ਨਾਲ ਹੋਏਗਾ ਕਿ ਲੋਕ ਅਨਐਮਪਲੋਇਡ ਨੇ। ਅੱਛਾ, ਹਾਂਜੀ। ਇੱਥੇ ਤੇ ਸਾਡਾ ਜੰਮੂ ਕਸ਼ਮੀਰ ਦਾ ਰੇਟ ਹੀ ਵੱਧ ਗਿਆ ਕਿ ਕੁਆਰਿਆਂ ਦਾ, ਤੇ ਡਿਵੋਰਸ ਵੀ ਹੋਣਾ ਸ਼ੁਰੂ ਹੋ ਅਗਰ ਗਿਆ। ਮੈਮ ਐਸੀ ਗੱਲ ਤੁਸੀਂ ਜਾਓ ਦੇਖੋ ਅੱਜ ਕਿੰਨੇ ਲੋਕ ਐਸੇ ਨੇ ਜਿਹੜੇ ਹਰ ਮਤਲਬ ਆਪਣੀ ਮੈਰਿਜ ਦੇ ਫਸਟ ਵੀਕ ਦੇ ਅੰਦਰ ਹੀ ਡਾਈਵੋਰਸ ਪਾਏਗਾ। ਸਾਡੇ ਜੰਮੂ ਕਸ਼ਮੀਰ ਨਾ ਨੰਬਰ 1 ਤੇ ਪੁੱਜੇ ਰਿਹਾ ਕਿ ਕੁਆਰੇ ਜੰਮੂ ਕਸ਼ਮੀਰ 'ਚ ਸਭ ਤੋਂ ਨੰਬਰ 1 ਨੰਬਰ ਦੇ ਅੱਗੇ ਵੀ ਕੁਝ ਹੁੰਦਾ ਉੱਥੇ ਵੀ ਲਾ ਦਿਓ। ਅੱਛਾ, ਅਨਐਮਪਲੋਇਮੈਂਟ ਵਜ੍ਹਾ। ਹਾਂਜੀ 100% ਅਨਐਮਪਲੋਇਮੈਂਟ ਹੈ, ਕੋਈ ਐਮਪਲੋਇਮੈਂਟ ਨਹੀਂ ਹੈ। ਇੱਕ ਪਾਸੇ ਐਲਜੀ ਕਹਿੰਦੇ ਨੇ ਕਿ ਬਈ 6 ਤੋਂ 8 ਮਹੀਨੇ ਦੇ ਅੰਦਰ ਜਿੰਨੀ ਵੀ ਮਤਲਬ ਗਵਰਨਮੈਂਟ ਡਿਪਾਰਟਮੈਂਟ 'ਚ ਪੋਸਟਾਂ ਖਾਲੀਆਂ ਨੇ, ਜਿੰਨੀ ਵੀ ਜਗ੍ਹਾਵਾਂ ਖਾਲੀਆਂ ਨੇ ਉਹ ਭਰ ਦੇਣੀਆਂ ਨੇ। ਤੇ ਦੂਜੀ ਤਰਫ ਜਿਹੜਾ ਹੈ ਉਹ ਯੂਥ ਨੇ ਨਵਾਂ ਹੀ ਟ੍ਰੈਂਡ ਸ਼ੁਰੂ ਕੀਤੇ ਰਿਹਾ, ਕੋਈ ਚਾਹ ਦੀ ਦੁਕਾਨ ਖੋਲੇ ਕਰਦਾ ਹੈ, ਕੋਈ ਕੁਝ ਖੋਲੇ ਕਰਦਾ ਹੈ। ਮੈਮ 2015 ਤੋਂ ਸੁਣੇ ਕਰਨਾ ਮੈਂ ਕਿ ਜੌਬਸ ਨਿਕਲਣਗੀਆਂ, ਇੰਜ ਹੋਏਗਾ। ਫਿਰ ਤੁਸੀਂ 2.5 ਲੱਖ ਬੱਚੇ ਨੂੰ, 3 ਲੱਖ ਬੱਚੇ ਨੂੰ, 5 ਲੱਖ ਬੱਚੇ ਨੂੰ ਇੱਕ ਲੋਲੀਪੌਪ ਦਿੰਦੇ ਹੋ 250 ਪੋਸਟਾਂ ਦਾ। ਉਹ 250 ਪੋਸਟਾਂ ਤੋਂ ਬਾਕੀ ਜਿਹੜੇ 2.5 ਲੱਖ ਬੱਚਾ ਉਹ ਕਿੱਧਰ ਜਾਏਗਾ? 2.5 ਲੱਖ 'ਚ ਤੁਸੀਂ 250 ਕੱਢਦੇ ਹੋ ਤਾਂ ਜ਼ੀਰੋ ਹੋ ਗਿਆ, ਨੈਗਲੀਜੀਬਲ ਹੋ ਗਿਆ। ਇੰਨਾ ਮੈਥ ਤਾਂ ਸਾਨੂੰ ਵੀ ਆਉਂਦਾ ਮੈਮ। 2.5 ਲੱਖ 'ਚ ਆਪੋ ਤੁਸੀਂ ਇਮੈਜਿਨ ਕਰੋ, ਤੁਸੀਂ ਅਗਰ 500 ਪੋਸਟ ਵੀ ਕਰ ਦੋਗੇ ਕਹਿੰਦੇ 1500 ਪੋਸਟਾਂ ਕੱਢੀਆਂ ਤੇ ਜੰਮੂ ਕਸ਼ਮੀਰ 'ਚ ਬੱਚੇ ਕਿੰਨੇ ਨੇ? 1500 ਬੱਚੇ ਤਾਂ ਨਹੀਂ ਹਨ। 2-2.5 ਲੱਖ 3 ਲੱਖ 4 ਲੱਖ ਬੱਚਾ, ਹਰ ਬੱਚਾ ਜਿਹੜਾ ਇਸ ਟਾਈਮ ਵੇਲਾ ਕੀ ਕਰੇਗਾ? ਬੜਾ ਹੀ ਪਰੇਸ਼ਾਨ ਹੈ ਇਸ ਵੇਲੇ ਯੂਥ, ਹੱਦ ਕੋਲੋਂ ਜ਼ਿਆਦਾ ਪਰੇਸ਼ਾਨ। ਮਤਲਬ ਮੈਂ ਜੇ ਇਹਦੇ ਨਾਲ ਗੱਲ ਕਰਨਾ ਸ਼ੁਰੂ ਕਰਾਂਗੀ ਇਹ ਤੇ ਰਾਤੀ ਤੱਕ ਜਿਹੜੀ ਹੈ ਸਵੇਰੇ ਤੱਕ ਗੱਲਾਂ ਚੱਲਦੀ ਰਹਿਣੀਆਂ ਨੇ ਪਰ ਖਤਮ ਨਹੀਂ ਹੋਣੀਆਂ। ਇੰਨਾ ਯੂਥ ਇਸ ਵੇਲੇ ਜਿਹੜਾ ਪਰੇਸ਼ਾਨ ਹੈ। ਜੋਕ ਸਪਾਟ ਮਜ਼ਾਕ ਇੱਕ ਪਾਸੇ ਰਿਹਾ, ਪਰ ਇਹ ਹਾਲਤ ਹੈ ਇਸ ਵੇਲੇ ਜੰਮੂ ਕਸ਼ਮੀਰ ਦੀ ਕਿ ਬੱਚਿਆਂ ਨੂੰ ਇੰਨੀ ਪੜ੍ਹਾਈਆਂ ਕਰਨੇ ਦੇ ਬਾਅਦ ਕਿਸੇ ਨੂੰ ਚਾਹ ਦੀ ਦੁਕਾਨ ਖੋਲ੍ਹਣੀ ਪੈਂਦੀ ਪਈ ਹੈ, ਕਿਸੇ ਨੂੰ ਆਪਣੇ ਆਊਟਲੈਟਸ ਖੋਲ੍ਹਣੇ ਪੈਂਦੇ ਨੇ, ਕੋਈ ਲੋਨ ਲੈ ਕੇ ਜਿਹੜਾ ਹੈ ਉਹ ਦੁਕਾਨਾਂ ਖੋਲ੍ਹੇ ਕਰਦਾ ਹੈ। ਇਹ ਫਿਊਚਰ ਹੈ ਜੰਮੂ ਕਸ਼ਮੀਰ ਦਾ। ਤੁਸੀਂ ਆਪ ਵੇਖੋ, ਆ ਬੱਚੇ ਨੇ ਬੀਟੈਕ ਕੀਤੀ ਰਹੀ ਹੈ, ਆ ਬੋਡੀ ਬਿਲਡਰ ਹੈ, ਚੈਂਪੀਅਨਸ਼ਿਪ ਖੇਡ ਕੇ ਆਇਆ ਹੈ, ਟ੍ਰੇਨਰ ਰਹਿ ਰਿਹਾ ਹੈ, ਇਹਨੇ ਮਤਲਬ ਨੌਕਰੀ ਵੀ ਕੀਤੀ ਰਹੀ ਹੈ ਮੁੰਡੇ ਨੇ। ਤੇ ਅੱਜ ਹਾਲਤ ਇਹ ਹੈ ਕਿ ਇਹਨੇ ਆਪਣਾ ਜਿਮਖਾਨਾ ਜਿਹੜਾ ਥੱਕ ਕਰਕੇ ਖੋਲ੍ਹ ਲਿਆ ਕਿ ਮੈਨੂੰ ਨਹੀਂ ਲੱਗਦਾ ਸਰਕਾਰੀ ਨੌਕਰੀ ਮਿਲਣੀ ਹੈ ਕੋਈ। ਤੁਸੀਂ ਐਸਆਈ ਦਾ ਪੇਪਰ ਦਿੱਤਾ ਸੀ? ਹਾਂਜੀ ਮੈਂ ਐਸਆਈ ਦਾ ਪੇਪਰ ਵੀ ਦਿੱਤਾ ਸੀ, ਮੈਂ ਉਹ ਪੋਸਟਪੋਨ ਹੋ ਗਿਆ। ਅੱਛਾ ਸਕੋਰ ਸੀ 97 98 ਸਾਡੇ ਵੀ ਸੀ। ਹਾਂਜੀ ਮੈਰਿਟ ਸੀ। ਅੱਛਾ ਮੇਰੀ ਸਿਸਟਰ, 2 ਸਿਸਟਰ ਨੇ, ਇੱਕ ਉਹਨੇ ਜਸਟ ਤੁਸੀਂ ਉਹਨਾਂ ਨਾਲ ਗੱਲ ਕੀਤੀ 103 ਹੁੰਦੇ ਸੀ, ਨਿੱਕੀ ਭੈਣ ਦੇ 113 ਸੀ। ਤੇ ਹੁਣ ਮੈਨੂੰ ਦੱਸੋ ਅਗਰ ਇतना ਸਕੋਰ ਰੈਂਕ ਕਰਕੇ ਫਿਰ ਬਾਅਦ ਤੁਸੀਂ ਪੇਪਰ ਕੁਐਸ਼ ਕਰ ਦਿਓਗੇ ਜਸਟ ਬਿਕॉज ऑफ XYZ ਰੀਜ਼ਨ। ਮੈਮ ਠੀਕ ਹੈ, ਜੋ ਬੰਦੇ ਜੋ ਵੀ ਪ੍ਰੋਬਲਮ ਸੀ, ਜੋ ਵੀ ਸਿਚੁਏਸ਼ਨ ਸੀ ਉਹਦੇ ਬਾਰੇ ਮੈਂ ਬੋਲਣਾ ਉਹ ਸਾਰਿਆਂ ਨੂੰ ਪਤਾ ਹੈ। खैर मैम जो भी होया, जो 10 बच्चे ने या जो 50 बच्चे ने कि जो बैकडोर होल ने मैम ये जो चीज़ां होई करदियां इसी वजह नाल जिहड़ा एक जेन्युइन बंदा जिहड़ा पूरा साल अपना खजल करके एक चीज़ पिछे पैंदा है फिर बाद चो आके जीरो हो जाता, तो मैम तुसीं आपे सोचो फिर बंदा की करेगा। बिल्कुल जिन्ने भी लोग इस वेले तुहानूं वेखे करदे ने कुछ कहना चाहोगे उन्हां नूं इस जिम खाने दे बारे? मैम मैं एक ही चीज़ बोलांगा कि सबको पहले हर चीज़ को पहले अपनी हेल्थ आती है। मेरे को नहीं खाओ, किसी को नहीं खाओ, आपे खाओ लेकिन हेल्दी खाओ। तेल वाला छोड़ो, फैट छोड़ो, ये फालतू दी चीज़ें छोड़ो, हेल्दी चीज़ खाओ। दूध सब को प्योर होंदा है, उसको ज़्यादा कोई प्योर चीज़ नहीं होती, दूध पीना शुरू करो ठीक है। और हेल्दी चीज़ें खाओ, ग्रीन चीज़ें खाओ। और मोस्ट इंपॉर्टेंटली मैम तुसी अपना टाइम करके इधर आए हो, इससे बहुत बहुत शुक्रिया। और मैंने बहुत अच्छा लगा कि कोई साड़ी गल सुनने से रेडी है,
और मैम थैंक्स टू यू, इतना अच्छा ਤੁਸੀਂ ਕੰਮ ਕਰੇ ਕਰਦੇ ਯੂਥ ਵਾਸਤੇ, ਇਸ ਕੋਲੋਂ ਵੱਡੀ ਚੀਜ਼ ਮੈਨੂੰ ਲੱਗਦਾ ਨਹੀਂ ਕਿ ਹੋਰ ਕੰਮ ਹੈ ਸਾਡਾ। ਪਰ ਵੇਖਿਆ ਜਾਏ ਤਾਂ ਯੂਥ ਕਾਫੀ ਪਰੇਸ਼ਾਨ ਹੈ, ਜਿਸ ਦਾ ਕੋਈ ਹਿਸਾਬ ਨਹੀਂ ਇਸ ਵੇਲੇ। ਮਤਲਬ ਅਸੀਂ ਜਿੰਨਾ ਮਰਜ਼ੀ ਗੱਲਾਂ ਕਰ ਲਈਏ, ਪਰ ਗੱਲਾਂ ਇੱਕ ਪਾਸੇ, ਪਰ ਹਾਲਤ ਇਸ ਪਾਸੇ। ਲੋਕੀ ਮਜ਼ਾਕ ਲੈਂਦੇ ਨੇ ਕਿ ਯਾਰ ਤੁਸੀਂ ਇੰਨਾ ਪੜ੍ਹ ਕੇ, ਸੁਸਾਇਟੀ ਸਵਾਲ ਪੁੱਛਦੀ ਹੈ ਤੁਸੀਂ ਇੰਨਾ ਪੜ੍ਹ ਕੇ ਚਾਹ ਦੀ ਦੁਕਾਨ ਖੋਲ੍ਹੀ। ਰਿਸ਼ਤੇਦਾਰ ਪੁੱਛਦੇ ਨੇ ਅੱਛਾ ਤੁਹਾਡੇ ਮੁੰਡੇ ਨੇ ਚਾਹ ਦੀ ਦੁਕਾਨ ਖੋਲ੍ਹੀ ਹੈ। ਲੇਕਿਨ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੈਕ ਸਟੋਰੀ ਕੀ ਹੁੰਦੀ ਹੈ। ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਮੁੰਡੇ ਨੇ ਕਿੰਨਾ ਸਫ਼ਰ ਕੀਤੇ ਰਿਹਾ ਹੁੰਦਾ, ਉਸ ਕੁੜੀ ਨੇ ਕਿੰਨਾ ਸਫ਼ਰ ਕੀਤੇ ਰਿਹਾ ਹੁੰਦਾ। ਤੁਸੀਂ ਬਾਹਰ ਦੇ ਸਟੇਟਾਂ 'ਚ ਵੇਖੋ, ਇੱਕ ਕੁੜੀ ਨੇ ਚਾਹ ਦੀ ਦੁਕਾਨ ਖੋਲ੍ਹੀ ਹੈ। ਸਾਡੇ ਜੰਮੂ 'ਚ ਤਾਂ ਹਾਲੇ ਮੁੰਡਿਆਂ ਨੇ ਇਹ ਟ੍ਰੈਂਡ ਸ਼ੁਰੂ ਕੀਤਾ, ਬਾਹਰ ਤੇ ਕੁੜੀਆਂ ਨੇ ਵੀ ਸ਼ੁਰੂ ਕਰ ਲਿਆ। ਆਉਣ ਵਾਲੇ ਟਾਈਮ 'ਚ ਜਿਸ ਹਿਸਾਬ ਦੇ ਹਾਲਾਤ ਚਲੇ ਕਰਦੇ ਨੇ, ਮਤਲਬ ਲੱਗ ਨਹੀਂ ਰਿਹਾ ਕਿ ਇੰਨੀ ਪੜ੍ਹਾਈਆਂ ਕਰਨੇ ਦੇ ਬਾਅਦ ਮਤਲਬ ਬੱਚਿਆਂ ਨੂੰ ਨੌਕਰੀ ਮਿਲਣੀਆਂ ਨੇ। SI ਦਾ ਪੇਪਰ ਮੁੰਡੇ ਨੇ ਦਿੱਤੇ ਰਹਿ। ਤੇ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ, ਜਿਮ ਖਾਨੇ ਦੇ ਬਾਰੇ ਹੁਣ ਮੈਂ ਜਾਂਦੇ ਜਾਂਦੇ ਗੱਲ ਕਰਾਂਗੀ ਕਿ ਤੁਸੀਂ ਆਪਣੇ ਕੋਚ ਤੋਂ ਪੁੱਛਦੇ ਹੋ ਹਾਂਜੀ ਡਾਈਟ ਕੀ ਚਾਹੀਦੀ ਹੈ, ਕੀ ਚਾਹੀਦਾ। ਜਿਮ ਖਾਨਾ ਆਓ ਚੁੱਪ ਕਰਕੇ, ਠੀਕ ਹੈ। ਇੱਥੇ ਟ੍ਰੇਨਰ ਵੀ ਮਿਲੇਗਾ ਤੁਹਾਨੂੰ, ਬੰਦੇ ਨੇ ਜਿਮ ਵੀ ਕੀਤੀ ਰਹੀ ਹੈ, ਬੋਡੀ ਬਿਲਡਰ ਵੀ ਰਿਹਾ। ਇਹ ਜਿਸ ਤੁਸੀਂ ਸਿਰਫ ਜਿਮ ਕਰਕੇ ਆਓ। ਇਹਨੇ ਪੋਸਟ ਵਰਕਆਊਟ ਡਾਈਟ ਵੀ ਦੱਸ ਦੇਣੀ, ਇਹਨੇ ਪ੍ਰੀ ਵਰਕਆਊਟ ਡਾਈਟ ਵੀ ਤੁਹਾਨੂੰ ਦੱਸ ਦੇਣੀ ਹੈ। ਸਾਰਾ ਜਿੰਨਾ ਵੀ ਖਾਣੇ ਦਾ ਤੁਹਾਡਾ ਹੈਲਦੀ ਮੀਲ ਹੈ ਉਹ ਸਾਰਾ ਤੁਹਾਨੂੰ ਜਿਮ ਖਾਨੇ ਮਿਲ ਜਾਣਾ ਹੈ। ਇੱਕ ਵਾਰ ਲੋਕੇਸ਼ਨ ਜਿਹੜੀ ਹੈ ਤੁਸੀਂ ਆਪ ਹੀ ਦੱਸ ਦਿਓ ਇਹਨਾਂ ਨੂੰ। ਮੈਮ ਇਹ ਬਠਿੰਡੀ ਨੈਸ ਕੈਫੇ ਦੇ 2 ਦੁਕਾਨਾਂ ਦੇ ਅੱਗੇ ਹੈ ਤੇ ਮਤਲਬ ਅਲ ਹਯਾਤ ਮੋੜ ਕੋਲ ਪਹਿਲੇ ਰਾਈਟ ਸਾਈਡ ਜਿਮ ਖਾਨਾ, ਬਾਕੀ ਬਾਹਰ ਪੋਸਟਰ ਵਗੈਰਾ ਬੈਨਰ ਵਗੈਰਾ ਸਭ ਲੱਗ ਰਹੇ ਨੇ। ਕਿਸੇ ਨੂੰ ਕੋਈ ਹੈਲਦੀ ਚੀਜ਼ ਜਾਂ ਹੈਲਦੀ ਐਡਵਾਈਸ ਚਾਹੀਦੀ, ਇੱਕ ਜਾਂਦੇ ਜਾਂਦੇ ਇੱਕ ਛੋਟੀ ਜਿਹੀ ਟਿਪ ਹੈ ਕਿ ਜਿੰਨਾ ਵੀ ਤੁਹਾਡਾ weight ਹੈ ਉਸ ਕੋਲ ਅਗਰ ਕਿਸੇ ਨੇ ਮਸਲ ਬਿਲਡ ਕਰਨਾ ਤਾਂ ਆਪਣੇ weight ਨੂੰ ਮਲਟੀਪਲਾਈ ਕਰ ਦਿਓ 2.2 ਨਾਲ, ਉਹਨੂੰ ਫਿਰ ਬਾਕੀ ਕੈਲਕੂਲੇਸ਼ਨ ਕਰਕੇ ਤੁਸੀਂ ਆਪਣਾ ਜਿਹੜਾ ਬੋਡੀ ਦਾ ਪ੍ਰੋਟੀਨ ਜਿਹੜਾ ਤੁਸੀਂ ਆਪਣੇ ਕੈਲਕੂਲੇਟ ਕਰ ਸਕਦੇ ਹੋ ਕਿੰਨਾ ਜ਼ਿਆਦਾ। ਬਸ ਤੁਹਾਨੂੰ ਲੋੜ ਹੀ ਨਹੀਂ ਜਿਮ ਜਾਣ ਦੀ, ਮੈਂ ਕਹਿ ਰਹੀ ਹਾਂ ਸਿੱਧਾ, ਠੀਕ ਹੈ। ਜਿਨ੍ਹਾਂ ਨੇ ਨਹੀਂ ਵੀ ਜਿਮ ਜਾਣਾ ਉਹਨਾਂ ਨੂੰ ਵੀ ਟੈਨਸ਼ਨ ਨਹੀਂ, ਇੱਥੇ ਆਓ ਤੁਹਾਡੀ ਡਾਈਟ ਚਾਰਟ ਪੂਰਾ ਹੀ ਵੀਰ ਜੀ ਬਣਾ ਦੇਣਗੇ। ਸਾਰਾ ਕੁਝ ਇੱਥੇ ਤੁਹਾਨੂੰ ਮਿਲ ਜਾਣਾ, ਨਾਲ ਹੈਲਦੀ ਮਿਲਣਾ ਹੈ। ਤੇ ਤੁਸੀਂ ਵੀ ਇੱਕ ਵਾਰ ਆ ਕੇ ਇਸ ਜੰਮੂ ਦੇ ਮੁੰਡੇ ਦੀ, ਇਸ ਜੰਮੂ ਕਸ਼ਮੀਰ ਦੇ ਮੁੰਡੇ ਦਾ ਇਹ ਜਿਹੜਾ ਸਟਾਰਟਅਪ ਹੈ ਇਹਨੂੰ ਸਪੋਰਟ ਕਰੋ, ਕਿਉਂਕਿ ਜੰਮੂ ਦਾ ਯੂਥ ਹੈ ਉਸ ਦੇ ਕੋਲ ਹੁਣ ਇੱਕ ਹੀ ਆਪਸ਼ਨ ਜਿਹੜਾ ਉਹ ਰਹਿ ਗਿਆ ਕਿ ਨੌਕਰੀਆਂ ਬਚੀਆਂ ਨਹੀਂ, ਹੁਣ ਆਪਣਾ ਹੀ ਸਟਾਰਟਅਪ ਕਰ ਲੈਂਦੇ ਹਾਂ।